ਪਹਿਲਾ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ। ਇੱਕ ਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਨਿਹਾਲੀ ਪੈ ਸਮਨ ਇੱਕ ਉੱਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ। ਮਹਿਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਬਿਰਖੈ ਆਪ। ਤਿਸ ਵਿੱਚ ਜੰਤ ਪਾਏ ਕੈ ਦੇਖੈ ਥਾਪ ਉਥਾਪ। ਕਿਸਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ। ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ। ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ। ਸੋ ਕਰੇ ਜੇ ਤਿਸੈ ਰਜ਼ਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਇਹ ਪਾਵਨ ਸ਼ਲੋਕ ਆਸਾ ਕੀ ਵਾਰ ਬਾਣੀ ਦਾ ਅਖੀਰਲਾ ਸ਼ਲੋਕ, ਜਿਸ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਸਾਰੀ ਸ੍ਰਿਸ਼ਟੀ ਦੇ ਬਣਾਉਣ ਵਾਲੇ ਕਰਤਾ ਨੂੰ ਨਮਸਕਾਰ ਕੀਤੀ ਹੈ ਤੇ ਇਹ ਗੱਲ ਦ੍ਰਿੜ ਕਰਵਾਈ ਹੈ ਕਿ ਪਰਮਾਤਮਾ ਆਪ ਹੀ ਸਾਰੀ ਸ੍ਰਿਸ਼ਟੀ ਬਣਾਉਣ ਵਾਲਾ। ਜਦੋਂ ਕਿ ਸਨਾਤਨ ਮਤ ਵਾਲੇ ਇਸ ਥਿਊਰੀ ਤੇ ਵਿਸ਼ਵਾਸ ਕਰਦੇ ਨੇ ਕਿ ਪੈਦਾ ਕਰਨ ਵਾਲਾ ਬ੍ਰਹਮਾ ਹੈ, ਪਾਲਣ ਵਾਲਾ ਵਿਸ਼ਨੂੰ ਹੈ ਤੇ ਮਾਰਨ ਦੀ ਡਿਊਟੀ ਸ਼ਿਵ ਜੀ ਦੀ। ਪਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਦੇਵਤਾਵਾਦ ਦੀ ਉਲਝਣ ਵਿੱਚੋਂ ਸਾਨੂੰ ਕੱਢ ਦਿੱਤਾ ਤੇ ਉਹਨਾਂ ਨੇ ਇੱਕੋ ਹੀ ਬਾਤ ਕਹੀ ਹੈ, ਏਕੋ ਹੈ ਭਾਈ ਏਕੋ। ਆਪੇ ਸੁਰਤ ਆਪੇ ਹੈ ਜੀ ਸੁਰਤ ਵਿਹੂਣਾ ਕੋਇ ਨ ਕੀ। ਇਹ ਸਾਰੀ ਰਚਨਾ ਪਰਮਾਤਮਾ ਦੀ ਆਪਣੀ ਬਣਾਈ ਹੋਈ, ਹੋਰ ਕਿਸੇ ਦੇਵੀ ਦੇਵਤੇ ਦਾ ਇੱਥੇ ਜ਼ਿਕਰ ਨਹੀਂ। ਤੋ ਪਾਤਸ਼ਾਹ ਫਰਮਾਉਂਦੇ ਨੇ ਆਪੇ ਭਾਂਡੇ ਸਾਜਿਆਂ। ਪ੍ਰਭੂ ਨੇ ਜੀਵਾਂ ਦੇ ਸਰੀਰ ਰੂਪੀ ਭਾਂਡੇ ਆਪ ਹੀ ਬਣਾਏ ਹਨ। ਆਪੇ ਪੂਰਨ ਦੇ, ਤੇ ਉਹ ਜੋ ਕੁਝ ਇਹਨਾਂ ਵਿੱਚ ਪਾਉਂਦਾ ਹੈ, ਭਾਵ ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿੱਚ ਦਿੰਦਾ ਹੈ, ਉਹ ਆਪ ਹੀ ਦਿੰਦਾ। ਔਰ ਜੀਵਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਇਹਨਾਂ ਨੂੰ ਦੁੱਖ ਜਾਂ ਸੁੱਖ ਮਿਲਦਾ। ਆਪੇ ਭਾਂਡੇ ਸਾਜਿਆਂ ਆਪੇ ਪੂਰਨ ਦੇ। ਇਹਦਾ ਮਤਲਬ ਪਰਮਾਤਮਾ ਆਪ ਹੀ ਕਰਨ ਵਾਲਾ ਹੈ, ਆਪ ਹੀ ਇਹਨਾਂ ਜੀਵਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਦੇਣ ਵਾਲਾ। ਇੱਕ ਨੀ ਦੁੱਧ ਸਮਾਈ ਹੈ। ਹੁਣ ਦੇਖੋ, ਇੱਕ ਨੀ, ਇਹ ਵੀ ਇੱਕ ਦਾ ਹੀ ਰੂਪ ਹੈ, ਪਰ ਇਹਦਾ ਅਰਥ ਹੈ ਕੁਝ ਐਸੇ ਨੇ ਜਿਨ੍ਹਾਂ ਦੇ ਅੰਦਰ ਦੁੱਧ ਪਾਇਆ ਜਾਂਦਾ। ਹੁਣ ਦੁੱਧ ਤੁਸੀਂ
ਚੰਗੇ ਵਿਚਾਰ ਵੀ ਕਹਿ ਸਕਦੇ ਹੋ, ਨਿਸ਼ਕਾਮ ਕਰਮ ਕਰਨ ਦੀ ਭਾਵਨਾ ਵੀ ਕਹਿ ਸਕਦੇ ਹੋ। ਇਕਨੀ ਦੁੱਧ ਸਮਾਈਐ, ਇੱਕ ਚੁੱਲ੍ਹੇ ਰਹਿਣ ਚੜੇ। ਹੁਣ ਇੱਥੇ ਇੱਕ ਦਾ ਈੜੀ ਨੂੰ ਸਿਆਰੀ, ਕੱਕੇ ਨੂੰ ਸਿਆਰੀ, ਉਚਾਰਨ ਇੱਕ ਹੈ ਪਰ ਇਹਦੇ ਅਰਥ ਨੇ ਕੁਝ। ਉਹਦੀ ਰਚਨਾ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਭਾਂਡੇ ਹਨ। ਇਹਨਾਂ ਸਰੀਰਾਂ ਨੂੰ ਭਾਂਡੇ ਕਿਹਾ। ਤੋ ਗੱਲ ਕੀ, ਇਹ ਜਿਹੜੇ ਜੀਵਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਉਹਨਾਂ ਨੂੰ ਸੁੱਖ ਤੇ ਦੁੱਖ ਮਿਲਦੇ ਨੇ। ਕਈ ਬੜੇ ਸੋਹਣੇ ਪਦਾਰਥਾਂ ਵਿੱਚ ਰਹਿੰਦੇ ਨੇ, ਸੋਹਣੇ ਮਕਾਨਾਂ ਵਿੱਚ ਰਹਿੰਦੇ ਨੇ, ਤੇ ਕਈ ਵਿਚਾਰੇ ਹਰ ਵੇਲੇ ਕਸ਼ਟ ਵਿੱਚ ਹੀ ਪੈ ਰਹਿੰਦੇ। ਜਪਜੀ ਸਾਹਿਬ ਵਿੱਚ ਵੀ ਪਾਤਸ਼ਾਹ ਨੇ ਫਰਮਾਇਆ, ਇਹ ਉਸ ਪਰਮਾਤਮਾ ਦੀ ਮੌਜ ਹੈ। ਕਈ ਐਸੇ ਨੇ ਜਿਨ੍ਹਾਂ ਨੂੰ ਦੁੱਖ ਤੇ ਭੁੱਖ ਦੀ ਸਦਾ ਮਾਰ ਪਈ ਰਹਿੰਦੀ। ਤੋ ਇਕਨੀ ਦੁੱਧ ਸਮਾਈਐ, ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਪ੍ਰਤੀਕ ਹੈ, ਜਿਵੇਂ ਚੁੱਲ੍ਹੇ ਤੇ ਚੜੇ ਰਹਿਣ ਦਾ ਭਾਵ ਹੈ ਕਿ ਹਰ ਵੇਲੇ ਸੜਦੇ ਰਹਿਣਾ। ਕੁਝ ਐਸੇ ਜੀਵ ਵੀ ਨੇ ਜਿਹੜੇ ਰਾਗ ਦਵੈਖ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਚੁੱਲ੍ਹੇ ਤੇ ਚੜੇ ਰਹਿੰਦੇ ਨੇ, ਸੜਦੇ ਰਹਿੰਦੇ ਨੇ। ਭਾਵੇਂ ਜਿਹੜੇ ਵਿਸ਼ੇ ਵਿਕਾਰ ਨੇ ਇਹ ਉਹਨਾਂ ਨੂੰ ਤਪਾਉਂਦੇ ਹਨ, ਕਲਪਾਉਂਦੇ ਹਨ, ਦੁਖੀ ਕਰਦੇ। ਆਪੇ ਭਾਂਡੇ ਸਾਜਿਆਨ, ਆਪੇ ਪੂਰਨ ਦੇ। ਇਕਨੀ ਦੁੱਧ ਸਮਾਈਐ, ਇੱਕ ਚੁੱਲ੍ਹੇ ਰਹਿਣ ਚੜੇ। ਚੁੱਲ੍ਹੇ ਦੇ ਲੱਲੇ ਨੂੰ ਦੋ ਲਾਵਾਂ ਨੇ, ਜਿਹਦਾ ਮਤਲਬ ਹੈ ਚੁੱਲ੍ਹੇ ਉੱਤੇ ਚੜੇ ਰਹਿੰਦੇ, ਹਰ ਵੇਲੇ ਸੜਦੇ ਰਹਿੰਦੇ ਨੇ, ਹਰ ਵੇਲੇ ਕਲਪਦੇ ਰਹਿੰਦੇ ਨੇ। ਫਿਰ ਇੱਕ ਨਿਹਾਲੀ ਪੈ ਸਮਨ। ਨਿਹਾਲੀ ਕਹਿੰਦੇ ਨੇ ਤੁਲਾਈ ਨੂੰ। ਤਥਾ ਮਖਮਲੀ ਬਿਸਤਰਿਆਂ ਦੇ ਉੱਤੇ ਬੇਫਿਕਰ ਹੋ ਕੇ ਸੌਂਦੇ। ਇੱਕ ਉੱਪਰ ਰਹਿਣ ਖੜੇ। ਹੁਣ ਉਹ ਸੌਣ ਵਾਲੇ ਤੇ ਬੇਫਿਕਰੀ ਦੀ ਨੀਂਦਰ ਸੁੱਤੇ ਨੇ, ਪਰ ਦੇਖਿਆ ਜਾਂਦਾ ਹੈ ਕਿ ਉਹਨਾਂ ਦੇ ਦਰਵਾਜ਼ੇ ਉੱਤੇ ਇੱਕ ਪਹਿਰੇ ਉੱਤੇ ਖੜੇ ਬੰਦੇ ਉਹ ਵੀ ਨੇ, ਬੰਦੇ ਉਹ ਵੀ ਨੇ। ਸਰੀਰ ਉਹਨਾਂ ਕੋਲ ਵੀ ਹੈ, ਸਰੀਰ ਉਹਨਾਂ ਕੋਲ ਵੀ। ਉਹ ਤਾਂ ਮਖਮਲੀ ਬਿਸਤਰਿਆਂ ਦੇ ਅੰਦਰ ਸੁੱਖ ਨਾਲ ਸੁੱਤੇ ਪਏ ਤੇ ਇੱਕ ਵਿਚਾਰੇ ਉਹ ਨੇ ਜਿਹੜੇ ਉਹਨਾਂ ਦੀ ਰਾਖੀ ਆਦਿਕ ਸੇਵਾ ਵਾਸਤੇ ਉਹਨਾਂ ਦੀ ਹਜ਼ੂਰੀ ਵਿੱਚ ਖੜੇ ਰਹਿੰਦੇ। ਹੁਣ ਪਾਤਸ਼ਾਹ ਫੈਸਲਾ ਕਰਦੇ, ਤਿਨਾਂ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਤਿਨਾਂ ਸਵਾਰੇ ਨਾਨਕਾ, ਉਹਨਾਂ ਭਾਗਸ਼ੀਲ ਪ੍ਰਾਣੀਆਂ ਨੂੰ ਜਿਨ੍ਹਾਂ ਉੱਤੇ ਉਸ ਦੀ ਮਿਹਰ ਹੁੰਦੀ, ਜਿਨ੍ਹਾਂ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ, ਉਹਨਾਂ ਨੂੰ ਸਵਾਰਦਾ, ਭਾਵ ਉਹਨਾਂ ਦੇ ਜੀਵਨ ਨੂੰ ਸੁਧਾਰਦਾ, ਉਹਨਾਂ ਨੂੰ ਚੰਗੀ ਸੰਗਤ ਬਖਸ਼ਦਾ। ਦੇਖੋ, ਇੱਕ ਸ਼ਲੋਕ ਦੇ ਕੁਝ ਪੰਕਤੀਆਂ ਦੇ ਅੰਦਰ ਸਾਰੇ ਸੰਸਾਰ ਦੀ ਰਚਨਾ ਦਾ ਜ਼ਿਕਰ ਤੇ ਜੀਵਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਪਰਮਾਤਮਾ ਵੱਲੋਂ ਉਹਨਾਂ ਨੂੰ ਜੋ ਕੁਝ ਦੁੱਖ ਸੁੱਖ ਜਿੱਥੇ ਵੀ ਰੱਖੇ ਰਹਿਣਾ ਪੈਂਦਾ। ਤੋ ਆਪੇ ਭਾਂਡੇ ਸਾਜਿਆਨ, ਆਪੇ ਪੂਰਨ ਦੇ।
ਇੱਕ ਨੀ ਦੁੱਧ ਸਮਾਈਐ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਮਨ, ਇੱਕ ਉੱਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ। ਮਹਿਲਾ ਦੂਜਾ, ਆਪੇ ਸਾਜੇ, ਕਰੇ ਆਪ, ਜਾਈ ਭਿਰਖੈ ਆਪ। ਆਖਿਆ ਉਹ ਪਰਮਾਤਮਾ ਆਪ ਹੀ ਸਾਜਦਾ। ਸਾਜਣ ਤੋਂ ਭਾਵ ਹੈ ਇਹਨਾਂ ਦਾ ਮੁੱਢ ਬਣਦਾ, ਫਿਰ ਕਰੇ ਆਪ, ਇਹਨਾਂ ਨੂੰ ਮੁਕੰਮਲ ਤੌਰ ਤੇ ਬਣਾਉਂਦਾ। ਜਿਵੇਂ ਸੁਖਮਨੀ ਸਾਹਿਬ ਵਿੱਚ ਫਰਮਾਇਆ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਹੁਣ ਅਸੀਂ ਪੜ੍ਹਦੇ ਜਾਂਦੇ ਹਾਂ, ਪਰ ਇਸ ਬਰੀਕੀ ਵਿੱਚ ਨਹੀਂ ਜਾਣਦੇ ਕਿ ਸਾਡਾ ਮੁੱਢ ਕਿੱਥੋਂ ਬਣੇ, ਤੇ ਅੱਜ ਅਸੀਂ ਬਣੇ ਕੀ ਬੈਠੇ। ਜੇ ਗੁਰਬਾਣੀ ਨੂੰ ਧਿਆਨਪੂਰਵਕ ਪੜ੍ਹੀਏ ਤੇ ਫਿਰ ਪਤਾ ਲੱਗ ਜਾਂਦਾ। ਰਕਤ ਬਿੰਦ ਕਰ ਨਿੰਮਿਆ, ਇਸ ਜੀਵ ਦੀ ਰਚਨਾ ਮਾਤਾ ਦੇ ਖੂਨ ਤੇ ਪਿਤਾ ਦੇ ਵੀਰਜ ਤੋਂ ਬਣੀ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ। ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇ ਸਵਾਰ ਧਰੀ। ਇਸ ਜੀਵ ਦਾ ਮੁੱਢ ਮਾਤਾ ਦੇ ਗਰਭ ਵਿੱਚ ਇਹ ਕਿਸ ਨੇ ਬੰਨਿਆ? ਪਰਮਾਤਮਾ। ਤੋ ਗੱਲ ਤਾਂ ਇਹ ਹੈ ਕਿ ਉਸ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ। ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ, ਆਪ ਹੀ ਇਸ ਨੂੰ ਸਜਾਉਂਦਾ ਹੈ, ਤੇ ਆਪ ਹੀ ਸ੍ਰਿਸ਼ਟੀ ਦੀ ਸੰਭਾਲ ਵੀ ਕਰਦਾ। ਤੇ ਜਿਨ੍ਹਾਂ ਜੀਵਾਂ ਨੂੰ ਪੈਦਾ ਕਰਦਾ, ਫਿਰ ਉਹਨਾਂ ਨੂੰ ਵੇਖਦਾ ਵੀ। ਤਿਸ ਵਿੱਚ ਜੰਤ ਉਪਾਏ ਕੈ, ਦੇਖੈ ਥਾਪ ਉਥਾਪ। ਇਸ ਸਾਰੀ ਸ੍ਰਿਸ਼ਟੀ ਦੇ ਅੰਦਰ ਜੀਵਾਂ ਨੂੰ ਪੈਦਾ ਕਰਕੇ ਇਹਨਾਂ ਤੇ ਨਜ਼ਰ ਵੀ ਰੱਖਦਾ, ਇਹਨਾਂ ਦੇ ਹਰ ਕੀਤੇ ਕੰਮ ਨੂੰ ਜਾਣਦਾ, ਤੇ ਜਦੋਂ ਉਹਦਾ ਹੁਕਮ ਹੋਵੇ ਫਿਰ ਥਾਪ ਉਥਾਪ। ਥਾਪ ਦਾ ਮਤਲਬ ਹੈ ਥਾਪਣਾ, ਕਿਸੇ ਚੀਜ਼ ਨੂੰ ਬਣਾਉਣਾ, ਤੇ ਉਥਾਪ ਦਾ ਮਤਲਬ ਹੈ ਉਹਨੂੰ ਢਾਹ ਦੇਣਾ। ਆਪੇ ਸਾਜੇ, ਕਰੇ ਆਪ, ਜਾਈ ਭਿਰਖੈ ਆਪ। ਤਿਸ ਵਿੱਚ ਜੰਤ ਉਪਾਏ ਕੈ, ਦੇਖੈ ਥਾਪ ਉਥਾਪ। ਕਿਸ ਨੂੰ ਕਹੀਐ ਨਾਨਕਾ, ਸਭ ਕਿਛ ਆਪੇ ਆਪ। ਕਿਸੇ ਹੋਰ ਦੇ ਅੱਗੇ ਕੀ ਫਰਿਆਦ ਕਰੀ? ਫਰਿਆਦ ਕੀਤੀ ਨਹੀਂ ਜਾ ਸਕਦੀ, ਕਿਉਂਕਿ ਉਹ ਆਪ ਹੀ ਸਭ ਕੁਝ ਕਰਨ ਦੇ ਸਮਰੱਥ। ਉਸ ਨੇ ਜਿੱਥੇ ਜਿੱਥੇ ਜਿਸ ਜੀਵ ਨੂੰ ਕੰਮ ਲਾਉਣਾ ਲਾਇਆ ਹੋਇਆ। ਮਾਰੂ ਰਾਗ ਵਿੱਚ ਜਦੋਂ ਪੜ੍ਹਦੇ ਹਾਂ, ਸਿੰਚਨ ਹਾਰੈ ਏਕੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਪਰਮਾਤਮਾ ਐਸਾ ਮਾਲੀ ਹੈ ਕਿ ਜਿਹੜਾ ਪੱਤੇ ਪੱਤੇ ਦੀ ਖਬਰ ਰੱਖਦਾ। ਜਿਵੇਂ ਇੱਕ ਬਗੀਚੇ ਦਾ ਮਾਲੀ ਸਾਰੇ ਬੂਟਿਆਂ ਨੂੰ ਦੇਖਦਾ, ਕਿਸ ਨੂੰ ਕੀ ਚਾਹੀਦਾ, ਕਿਸ ਦੀ ਗੋਡੀ ਕਰਨੀ, ਕਿਹਨੂੰ ਪਾਣੀ ਦੇਣਾ। ਸੱਚਮੁੱਚ ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਵੀ ਇੱਕ ਮਾਲੀ ਹੈ।
ਧੰਨ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਉਹਨਾਂ ਬਚਨਾਂ ਨੂੰ ਇਹਨਾਂ ਦੋ ਪੰਕਤੀਆਂ ਵਿੱਚ ਸਪਸ਼ਟ ਕਰ ਖੋਲ ਕੇ ਸਮਝਾ ਦਿੱਤਾ। ਆਪੇ ਸਾਜੇ ਕਰੇ ਆਪ, ਜਾਈ ਭੇ ਰੱਖੇ ਆਪ, ਤਿਸ ਵਿੱਚ ਜਨ ਤਿਉ ਪਾਏ ਕੈ, ਦੇਖੈ ਥਾਪ ਉਥਾਪ। ਕਿਸਨੂੰ ਕਹੀਐ ਨਾਨਕਾ, ਸਭ ਕਿਛ ਆਪੇ ਆਪ। ਸਾਰਾ ਕੁਝ ਕਰਨ ਕਰਾਉਣ ਵਾਲਾ ਉਹ ਆਪ। ਪੌੜੀ ਵਿੱਚ ਤਾਂ ਕਮਾਲ ਹੀ ਕਰਦੀ। ਆਖਿਆ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨ ਜਾਏ। ਭਾਈ ਉਸ ਵੱਡੇ ਪ੍ਰਭੂ ਦੀਆਂ ਵਡਿਆਈਆਂ ਬਹੁਤ ਵੱਡੀਆਂ, ਸਾਡੇ ਵਿੱਚ ਕੋਈ ਸਮਰੱਥਾ ਨਹੀਂ। ਅਸੀਂ ਉਹਦੀਆਂ ਵਡਿਆਈਆਂ ਦਾ ਵਰਣਨ ਕਰਨਾ ਵੀ ਚਾਹੀਏ। ਬਹੁਤਾ ਕਹੀਏ ਬਹੁਤਾ ਹੋਏ। ਆਖਿਆ ਜਿਤਨਾ ਵੱਡਾ ਕਹੋ ਉਸ ਤੋਂ ਵੀ ਵੱਡਾ। ਤੋ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨ ਜਾਏ। ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜ਼ਕ ਸੰਭਾਹੇ। ਸੋ ਉਹ ਪਰਮਾਤਮਾ ਕਰਤਾ, ਸਾਰੇ ਸੰਸਾਰ ਨੂੰ ਬਣਾਉਣ ਵਾਲਾ ਕ੍ਰੀਏਟਰ ਹੈ। ਕਾਦਰ ਹੈ, ਇਸ ਕੁਦਰਤ ਦਾ ਮਾਲਕ ਹੈ। ਔਰ ਕਰੀਮ ਬੜਾ ਬਖਸ਼ਿੰਦ ਹੈ। ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ। ਉਹਦੇ ਗੁਣ ਕਮਾਲ ਹਨ। ਕਿਤਨਾ ਕਮਾਲ ਹੈ। ਦੇ ਜੀਆਂ ਰਿਜ਼ਕ ਸੰਭਾਹੇ। ਜਿਤਨੇ ਜੀਵ ਉਸਨੇ ਪੈਦਾ ਕੀਤੇ ਨੇ ਉਹਨਾਂ ਨੂੰ ਰਿਜ਼ਕ ਰੋਜ਼ੀ ਪਹੁੰਚਾਉਂਦਾ ਹੈ, ਸੰਭਾਲਦਾ। ਸੰਭਾਹੇ ਦਾ ਮਤਲਬ ਹੈ ਉਹਨਾਂ ਨੂੰ ਅਪਣਾਉਂਦਾ ਹੈ। ਸੈਲ ਪੱਥਰ ਮੈਂ ਜਨ ਤਿਉ ਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਤੋ ਤਰਿਆ। ਸਾਈ ਕਾਰ ਕਮਾਮਣੀ, ਤੁਰ ਛੋਡੀ ਤਿੰਨੇ ਪਾਏ। ਭਾਈ ਉਹੀ ਕਾਰ ਜੀਵ ਕਰਦੇ ਹਨ, ਉਹੀ ਜੀਵਾਂ ਨੂੰ ਕਰਨੀ ਪੈਂਦੀ ਹੈ ਜੋ ਉਸ ਮਾਲਕ ਨੇ ਸਾਡੇ ਜ਼ਿੰਮੇ ਲਾ ਦਿੱਤੀ। ਸਾਈ ਕਾਰ ਕਮਾਮਣੀ, ਤੁਰ ਛੋਡੀ ਤਿੰਨੇ ਪਾਏ। ਨਾਨਕ ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਏ। ਬਾਬਾ ਨਾਨਕ ਜੀ ਫਰਮਾਉਂਦੇ ਹਨ, ਇੱਕ ਹੀ ਬਾਹਰੀ, ਉਸ ਇੱਕ ਤੋਂ ਬਿਨਾਂ ਹੋਰ ਦੂਜੀ ਨਾ ਹੀ ਜਾਏ। ਕੋਈ ਜਗ੍ਹਾ, ਕੋਈ ਟਿਕਾਣਾ, ਕੋਈ ਅਸਥਾਨ ਹੈ ਨਹੀਂ। ਸੋ ਕਰੇ ਜੇ ਤਿਸੈ ਰਜ਼ਾਏ। ਜੋ ਦੀ ਮੌਜ ਹੈ ਉਹੀ ਉਹ ਕਰਦਾ। ਤੋ ਸਾਧ ਸੰਗਤ, ਇੱਥੇ ਆਸਾ ਕੀ ਵਾਰ ਦੀ ਸੰਪੂਰਨਤਾ ਹੋਈ। ਇੱਥੇ ਇੱਕ ਤਾਂ 24, ਇੱਕ ਦਾ ਮਤਲਬ ਹੈ ਕਿ ਇਹਦੀਆਂ ਸਾਰੇ ਸ਼ਲੋਕ 24 ਹਨ, ਪਰ ਇਹ ਬਾਣੀ ਇੱਕ ਰੂਪ ਹੈ। ਅੱਗੇ ਸ਼ੁੱਧ ਲਿਖਿਆ। ਇਹ ਸ਼ੁੱਧ ਦੇ ਸੰਬੰਧ ਵਿੱਚ ਪੰਥ ਵਿੱਚ ਦੋ ਤਰ੍ਹਾਂ ਦੀ ਵਿਚਾਰਧਾਰਾ ਪ੍ਰਚਲਿਤ ਹੈ। ਕੁਝ ਕਹਿੰਦੇ ਹਨ ਕਿ ਸ਼ੁੱਧ ਜ਼ਰੂਰ ਪੜ੍ਹਨਾ ਚਾਹੀਦਾ। ਕੁਝ ਵਿਦਵਾਨਾਂ ਦੀ ਰਾਏ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਭਾਈ ਗੁਰਦਾਸ ਜੀ ਦੇ ਲਿਖਣ ਤੋਂ ਬਾਅਦ ਇਹਨੂੰ ਚੈੱਕ ਕਰਿਆ ਕਰਦੇ ਸਨ ਤੇ ਚੈੱਕ ਕਰਕੇ ਆਪਣੀ ਕਲਮ ਨਾਲ ਲਿਖ ਦਿੰਦੇ ਸਨ ਕਿ ਸ਼ੁੱਧ। ਕਿਉਂਕਿ ਇੱਕ ਜਗ੍ਹਾ ਐਸਾ ਵੀ ਆਉਂਦਾ ਕਿ ਸ਼ੁੱਧ ਕੀਚੇ। ਇਹਦਾ ਮਤਲਬ ਇਹਦੇ ਵਿੱਚ ਕੋਈ ਲਗ ਮਾਤਰ ਦੀ ਐਸੀ ਤਰੁਟੀ ਨਜ਼ਰ ਆਈ, ਇਹਨੂੰ ਸ਼ੁੱਧ ਕਰੋ, ਚੈੱਕ ਕਰੋ। ਇੱਕ ਹੋਰ ਜਿਹੜੀ ਗੱਲ ਕਮਾਲ ਦੀ, ਕਿਉਂਕਿ ਦਾਸ ਬਹੁਤ ਛੋਟੀ ਉਮਰ ਤੋਂ 8 ਸਾਲ ਦੀ ਉਮਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦਾ। ਪਹਿਲਾਂ ਪੱਥਰ ਦੇ ਛਾਪੇ ਦੀਆਂ ਬੀੜਾਂ ਹੁੰਦੀਆਂ ਸਨ ਜਾਂ ਲਿਖਤੀ ਬੀੜਾਂ ਹੁੰਦੀਆਂ ਸਨ। ਆਹ ਜਿਹੜੀਆਂ ਪ੍ਰਿੰਟਡ ਬੀੜਾਂ ਨੇ
ਇਹ ਬਹੁਤ ਬਾਅਦ ਵਿੱਚ ਆਈਆਂ ਤੇ ਉਹਨਾਂ ਮਹਾਰਾਜ ਦੇ ਸਰੂਪਾਂ ਉੱਤੇ ਦਾਸ ਨੇ ਇਹ ਪੜ੍ਹਿਆ ਕਿ ਇਹ ਜਿਹੜਾ ਸ਼ੁੱਧ ਤੇ ਸ਼ੁੱਧ ਕੀਚੇ ਹੈ ਇਹ ਹਾਸ਼ੀਏ ਤੋਂ ਬਾਹਰ ਲਿਖਿਆ ਹੁੰਦਾ ਸੀ। ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਹਾਸ਼ੀਏ ਤੋਂ ਅੰਦਰ ਕਿਵੇਂ ਆ ਗਿਆ, ਪਰ ਇਹ ਜ਼ਰੂਰ ਸਮਝ ਆਉਂਦੀ ਹੈ ਕਿ ਇਹ ਲਿਖਾਰੀ ਲਈ ਇੱਕ ਹਦਾਇਤ ਹੈ। ਪਰ ਕੁਝ ਵਿਦਵਾਨਾਂ ਨੇ ਇਹਨੂੰ ਰਾਗ ਨਾਲ ਵੀ ਜੋੜ ਲਿਆ, ਇਹਦੇ ਹੋਰ ਵੀ ਕਈ ਅਰਥ ਕੀਤੇ ਨੇ। ਮੈਂ ਇਸ ਬਹਿਸ ਵਿੱਚ ਬਿਲਕੁਲ ਨਹੀਂ ਪੈਣਾ ਚਾਹੁੰਦਾ, ਕਿਉਂਕਿ ਜਿਹੜੀ ਪੰਥਕ ਮਰਿਆਦਾ ਹੈ ਕਈ ਪੜ੍ਹ ਰਹੇ ਨੇ, ਕਈ ਨਹੀਂ ਪੜ੍ਹ। ਪਰ ਕਈ ਰਾਗੀ ਸਿੰਘ ਤਾਂ ਮੈਂ ਦੇਖਿਆ ਕਿ ਸੁੱਧ 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 ਇਹਨੂੰ 4-5 ਵਾਰੀ ਪੜ੍ਹ ਦਿੰਦੇ, ਇਹ ਜਮਾ ਹੀ ਅਸ਼ੁੱਧ ਹੋ ਜਾਂਦਾ। ਤੋ ਕਿਰਪਾ ਕਰਕੇ ਜੇ ਪੜ੍ਹਨਾ ਹੀ ਹੈ ਭਾਈ ਤੇ ਫਿਰ ਸ਼ੁੱਧ ਪੜ੍ਹੋ। ਸ਼ੁੱਧ 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 ਕਹਿਣ ਦਾ ਤੇ ਕੋਈ ਅਰਥ ਨਹੀਂ। ਤੋ ਸਾਧ ਸੰਗਤ, ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਅੱਜ ਅਸੀਂ 475 ਅੰਗ ਤੀਕਰ ਵਿਚਾਰ ਕਰ ਸਕੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।